ਜਿਹੜਾ ਗੁਰੂ ਤੇਗ ਬਹਾਦਰ ਆ, ਜਿਹੜਾ ਸ੍ਰਿਸ਼ਟ ਦੀ ਚਾਦਰ ਆ, ਧਰਮ ਦੀ ਚਾਦਰ ਆ, ਉਹਨੂੰ ਬਦਲ ਕੇ ਹਿੰਦ ਦੀ ਚਾਦਰ ਬਣਾਤਾ। ਨਾ ਉਦੋਂ ਹਿੰਦ ਸੀ ਨਾ ਕਿਤੇ ਨਾ ਵਾਸਤਾ। ਤੇ ਹੁਣ ਤਾਂ ਮੋਦੀ ਵੀ ਕਹਿਣ ਲੱਗ ਗਿਆ ਵੀਰ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਆ ਜਿਹੜੀ ਉਹ ਭਾਰਤੀ ਮਾਂ ਨੂੰ ਆਜ਼ਾਦ ਤੇ ਇਕੱਠੇ ਕਰਾਉਣ ਲਈ ਆ। ਹੁਣ ਕਹਿੰਦੇ ਵੀਰ ਬਾਲ ਦਿਵਸ। ਪਹਿਲਾਂ ਤਾਂ ਵੀਰ ਕਿਉਂ ਲਾਇਆ ਮੂਹਰੇ? ਵੀਰ ਸਾਵਰਕਰ, ਵੀਰ ਹੋ, ਲਿੰਕ ਕਿਹਦੇ ਨਾਲ ਜੋੜਦੇ ਨੇ? ਫਿਰ ਹੁਣ ਜਦੋਂ ਸਾਹਿਬਜ਼ਾਦਿਆਂ ਦੇ ਪ੍ਰਚਾਰ ਕਰਨਗੇ ਜਿੱਤੇ ਕੁਛ ਸਿੱਖ ਚੌੜੇ ਹੋਏ ਫਿਰਦੇ ਨੇ, ਉੱਥੇ ਨਵਾਬ ਸ਼ੇਰ ਮੁਹੰਮਦ ਨੇ ਮਲੇਰਕੋਟਲੇ ਦਾ ਜ਼ਿਕਰ ਆਊ। ਸੋ ਈਸਾਈ, ਸਿੱਖ, ਮੁਸਲਮਾਨ ਇਹ ਹਿੰਦੂਤਵ ਦੇ ਨਿਸ਼ਾਨੇ ਤੇ ਨੇ। ਧਰਮਾਂ ਦੇ ਨਾਂ ਤੇ ਅੱਡ ਕਰੋ, ਹੈ ਜੀ। ਈਸਾਈਆਂ ਤੇ ਸਿੱਖਾਂ ਦਾ ਪੇਚਾ ਪਵਾਓ, ਨਿਹੰਗਾਂ ਤੇ ਬਿਆਸ ਵਾਲਿਆਂ ਦਾ ਪੇਚਾ ਪਾਓ, ਤੇ ਆਹ ਫਿਰ ਜਿਹੜਾ ਜਾਤੀ ਆ ਰੰਗਰੇਟੇ ਤੇ ਉਹ ਬਣਾਓ। ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਿਹੜਾ ਪੰਜਾਬੀ ਸਮਾਜ ਆ, ਜਿਹਨੇ ਇੱਕ ਦੌਰ ਹੰਢਾ ਕੇ ਏਕਤਾ ਵਾਲਾ ਦੌਰ ਹੰਢਾਇਆ ਸੀ ਕਿਸਾਨ ਅੰਦੋਲਨ 'ਚ, ਵੱਖਰੇਵੇਂ ਭੁੱਲਣ ਵਾਲੀ ਸੀ, ਉਹਨਾਂ ਨੂੰ ਪਾੜਿਆਂ ਨੂੰ ਪਾਇਆ ਜਾ ਰਿਹਾ। ਕੋਈ ਬੜਾ ਸਿੱਖਾਂ ਨਾਲ ਰੌਲਾ ਨਹੀਂ ਹੈ ਹਿੰਦੂਆਂ ਦਾ ਜਾਂ ਹਕੂਮਤ ਦਾ। ਹਕੂਮਤ ਦਾ ਰੌਲਾ ਪੰਜਾਬ ਨਾਲ ਅਸਲ 'ਚ। ਉਹ ਦੁਨੀਆ ਦੇ ਨਕਸ਼ੇ ਤੋਂ ਪੰਜਾਬ ਦੀ ਹਸਤੀ ਮਿਟਾਉਣਾ ਚਾਹੁੰਦੇ ਆ। ਪਹਿਲਾਂ ਵੰਡਿਆ ਪੰਜਾਬ, ਮੁੜ ਕੇ 3 ਹਿੱਸਿਆਂ 'ਚ ਫੇਰ ਵੰਡਿਆ। ਖਾਲਿਸਤਾਨ ਹਕੂਮਤ ਲਈ ਕੋਈ ਖਤਰਨਾਕ ਗੱਲ ਨਹੀਂ। ਸਿੱਖ ਬੜੇ ਭੁਲੇਖੇ 'ਚ ਨੇ। ਰੈਫਰੈਂਡਮ ਕਰਾਓ ਜੀ, ਐਂ ਕਰੋ ਜੀ, ਤੇ ਸਿੱਖਾਂ ਨੂੰ ਇਹਨਾਂ ਨੇ ਢਾਕ ਤੇ ਚਾੜ ਕੇ ਸੱਟਣਾ। ਮੇਰੀ ਗੱਲ ਯਾਦ ਰੱਖ ਲਿਓ। ਅੰਮ੍ਰਿਤਸਰ ਐਲਾਨਨਾਮਾ ਸੀ ਜਿਹੜਾ ਕਨਫੈਡਰੇਸ਼ਨ ਦੀ ਗੱਲ ਕਰਦਾ ਸੀ, ਖਾਲਿਸਤਾਨ ਦੀ ਗੱਲ ਨਹੀਂ ਕਰਦਾ ਸੀ। ਜਿਹੜਾ 26 ਜਨਵਰੀ ਨੂੰ ਸਰਬੱਤ ਖਾਲਸਾ ਹੋਇਆ ਸੀ, ਉਹ 'ਚ ਵੀ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਸੀ। 5 ਮੈਂਬਰੀ ਕਮੇਟੀ ਬਣਾਈ ਸੀ ਕਿ ਤੁਸੀਂ ਇਹ ਮਤਿਆਂ ਦੀ ਪੈਰਵੀ ਕਰਨੀ ਹੈ, ਤੇ 5 ਮੈਂਬਰੀ ਖਾਲਿਸਤਾਨ ਦਾ ਐਲਾਨ ਕਰਕੇ ਫੁਰ ਹੋ ਗਈ, ਤੇ ਸਾਡੇ ਗਲ 'ਚੋਂ ਗੁਲਾਮਾਂ ਪੈ ਗਿਆ। ਨਾ ਅੱਜ ਤੱਕ ਉਹਦੀ ਕੋਈ ਵਿਆਖਿਆ ਨਾ ਲੜਾਈ ਹੈ। ਸਿਮਰਨਜੀਤ ਮਾਨ ਵੀ ਕਹਿੰਦਾ ਮੈਂ ਖਾਲਿਸਤਾਨ ਲਈ ਲੜੂ। ਖਾਲਿਸਤਾਨ ਅੰਮ੍ਰਿਤਸਰ ਦਾ ਐਲਾਨਨਾਮਾ ਨਹੀਂ ਹੈਗਾ, ਆਨੰਦਪੁਰ ਦਾ ਮਤਾ ਨਹੀਂ ਹੈਗਾ। ਹਾਂ, ਜਿਹੜੀ ਥਿਊਰੀ ਆ ਜਿਹਨੇ ਉਜਾੜਾ ਕੀਤਾ ਪੰਜਾਬ ਦਾ, ਪਹਿਲਾਂ 2 ਕੌਮਾਂ ਦਾ, ਫਿਰ ਉਸ ਦਾ ਇਹ ਕਹਿੰਦੇ ਤੀਜੀ ਸਿੱਖ ਕੌਮ ਆ। ਜੇ ਤੀਜੀ ਸਿੱਖ ਕੌਮ ਆ, ਫਿਰ ਤੁਹਾਡਾ ਰੌਲਾ ਕੀ ਆ ਹਿੰਦੂ ਰਾਸ਼ਟਰਵਾਦ ਨਾਲ? ਇਹਦਾ ਮਤਲਬ ਬਾਕੀ ਹਿੰਦੂ ਕੌਮ ਆ। ਸੋ ਇਹ ਸਿੱਖ ਨੇ ਜਿਹੜੇ ਇਹ ਬੜੇ ਦੁਬਿਧਾ 'ਚ ਫਸੇ ਹੋਏ ਨੇ ਸਿਆਸੀ ਤੌਰ ਤੇ। ਸੰਵਿਧਾਨ ਤੇ ਦਸਤਖਤ ਨਹੀਂ ਕੀਤੇ, ਕਿਹੜੀ ਗੱਲ ਕਰਕੇ ਦਸਤਖਤ ਨਹੀਂ ਕੀਤੇ? ਮੁੜ ਕੇ ਉਹਦੇ ਖਾਤਰ ਲੜੀ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਐਕਟ ਬਣਾਇਆ ਵੀ ਇਹ 'ਚ ਗਲਤੀਆਂ ਨੇ, ਫਿਰ ਹੌਲੀ ਹੌਲੀ ਮੰਨ ਲਿਆ ਗਲਤੀਆਂ ਸੁਧਾਰਨ ਲਈ ਲੜੀ ਨਹੀਂ। ਪੰਜਾਬ ਜਦੋਂ ਕਰਵਟ ਲੈਂਦਾ, ਇਹ ਇੱਕ ਆਪਦੇ ਖਿੱਤੇ ਨੂੰ ਵੀ ਇੱਕ ਰੋਸ਼ਨੀ ਦਿਖਾਉਂਦਾ, ਤੇ ਇਹਦੀ ਰੋਸ਼ਨੀ ਆਲੇ ਦੁਆਲੇ ਵੀ ਜਾਂਦੀ ਹੈ। ਫਿਰ ਜਿਹੜੀਆਂ ਹਨੇਰੇ ਦੀਆਂ ਤਾਕਤਾਂ ਨੇ ਨਾ, ਉਹ ਅਸਲ 'ਚ ਪੰਜਾਬ ਤੋਂ ਤਰਹਿੰਦੀਆਂ ਨੇ। ਉਹ ਫਿਰ ਪੰਜਾਬ ਨੂੰ ਲੀਹੋਂ ਲਾਉਣ ਲਈ, ਇਹਨੂੰ ਭਟਕਾਉਣ ਲਈ ਇਹ ਸਾਜ਼ਿਸ਼ਾਂ ਨੇ ਜਿਹੜੀਆਂ ਉਹ ਰਚ ਰਹੀਆਂ ਨੇ। ਸ਼ਰਾਰਤੀ ਅੰਸਰ ਸਾਰੇ ਪਾਸੇ ਵੀ ਨੇ, ਸਿੱਖਾਂ ਦੇ ਵਿੱਚ ਵੀ ਨੇ। ਤੁਸੀਂ ਨਿਹੰਗਾਂ ਦੀ ਗੱਲ ਲੈ ਲਓ। ਕਿਸਾਨ ਅੰਦੋਲਨ ਦੇ ਵਿੱਚ ਹਮੇਸ਼ਾ ਕਿਸਾਨ ਅੰਦੋਲਨ ਤੇ ਨੇ ਤਲਵਾਰ ਲਟਕਾ ਕੇ ਰੱਖੀ, ਕਦੇ ਧਮਕੀਆਂ, ਕਦੇ ਹੋਰ। ਦੀਪ ਸਿੱਧੂ ਆ ਜਿਹੜਾ, ਉਹ ਇਹਨਾਂ ਦਾ ਲਾਡਲਾ ਹੀਰੋ ਸੀ ਸਾਰੇ ਕਾਸੇ ਦੇ ਵਿੱਚ। ਜਿਹੜੇ ਬਿਆਸਾਂ ਵਾਲਿਆਂ ਨਾਲ ਝਗੜਾ ਪਾਇਆ, ਗਾਵਾਂ ਵਾਲੇ ਬਾਬੇ। ਨਿਹੰਗਾਂ ਦਾ ਗਾਵਾਂ ਪਾਲਣ ਨਾਲ ਤਲਕ ਕੀ ਹੈ, ਮੈਨੂੰ ਇਹ ਦੱਸੋ ਸਿਧਾਂਤਕ ਤੌਰ ਤੇ। ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਸੀ ਜਿਹੜਾ ਦਾ ਕੰਮ ਸੀ ਨਾਮ ਜਪੋ। ਨਾਮ ਜਪੋ ਦਾ ਮਤਲਬ ਜੋ ਗੁਰਬਾਣੀ 'ਚ ਸੰਦੇਸ਼ ਆ ਉਹਨੂੰ ਅਪਣਾਓ, ਉਹੀ ਦੀ ਜੀਵਨ ਜਾਚ ਜਿੱਤੋ। ਕਿਰਤ ਕਰੋ ਤੇ ਵੰਡ ਛਕੋ। ਇਹ ਲਾਡਲੀਆਂ ਫੌਜਾਂ ਤਿੰਨਾਂ ਤੋਂ ਬੇਮੁੱਖ ਨੇ। ਇਸ ਕਰਕੇ ਹਰ ਥਾਂ ਤੇ ਇੱਕ ਸਮੱਸਿਆ ਖੜੀਆਂ ਕਰਦੀਆਂ ਨੇ। ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ, ਸਰਕਾਰੀ ਕਾਰ ਸੇਵਾ ਕਿਹਨੇ ਕੀਤੀ? ਸਿੱਖਾਂ ਦੇ ਫੜ ਝੂਠੇ ਪੁਲਿਸ ਮੁਕਾਬਲੇ ਬਣਾਏ, ਤੇ ਪੂਲਾ ਨਿਹੰਗ ਦੀ ਫੌਜ ਕੀ ਸੀ? ਤੇ ਜਿਹਨੂੰ ਅਸੀਂ ਕਹਿੰਦੇ ਬਲਵਿੰਦਰ ਸਿੰਘ ਜਟਾਣਾ ਵੀ SY ਰੋਕਣ ਦਾ ਹੀਰੋ, ਤੇ ਉਹਦਾ ਪਰਿਵਾਰ ਕਿਹਨੇ ਤਬਾਹ ਕੀਤਾ? ਦੋਸਤੋ, ਪੰਜਾਬ ਦੇ ਉੱਘੇ ਸ਼ਾਇਰ ਸੁਰਜੀਤ ਪਾਤਰ ਜੀ ਨੇ ਪੰਜਾਬ ਬਾਰੇ ਇੱਕ ਕਵਿਤਾ ਲਿਖੀ ਸੀ। ਉਹਦੀਆਂ ਸ਼ੁਰੂਆਤੀ ਲਾਈਨਾਂ ਸੀ, ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਬਾਰੋ। ਤੇ ਉਹ ਜਿਹੜੀ ਨਜ਼ਰ ਆ ਪੰਜਾਬ ਨੂੰ ਲੱਗਣ ਦੀ ਗੱਲ ਸੁਰਜੀਤ ਪਾਤਰ ਜੀ ਕਰ ਰਹੇ ਆ। ਜੇ ਅੱਜ ਦੀਆਂ ਘਟਨਾਵਾਂ ਆਪਾਂ ਪੰਜਾਬ ਦੀਆਂ ਦੇਖੀਏ ਤਾਂ ਉਹ ਸੱਚਮੁੱਚ ਸੱਚ ਲੱਗਦਾ ਕਿ ਵਾਕਈ ਪੰਜਾਬ ਨੂੰ ਨਜ਼ਰ ਲੱਗ ਚੁੱਕੀ ਹੈ। ਜਿਸ ਤਰੀਕੇ ਨਾਲ ਪੰਜਾਬ 'ਚ ਘਟਨਾਵਾਂ ਵਾਪਰ ਰਹੀਆਂ ਨੇ, ਕਿਤੇ ਕਿਸੇ ਘੱਟ ਗਿਣਤੀ ਦਾ ਬੁੱਤ ਤੋੜਿਆ ਜਾ ਰਿਹਾ, ਜਿਵੇਂ ਈਸਾਈ ਧਰਮ ਦੇ ਜਿਹੜੇ ਬੁੱਤ ਤੋੜੇ ਗਏ ਆ। ਤੇ ਇਸ ਤੋਂ ਬਿਨਾਂ ਕਿਤੇ ਜਿਹੜਾ ਨਿਹੰਗਾਂ ਦੇ ਵਿੱਚ ਤੇ ਰਾਧਾ ਸੁਆਮੀਆਂ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ। ਕਿਤੇ ਅਰਸ਼ਦੀਪ ਜਿਹੜਾ ਇੱਕ ਕ੍ਰਿਕਟਰ ਆ, ਜਿਹਦਾ ਕੋਈ ਸਿਆਸਤ ਨਾਲ ਕੋਈ ਸਿੱਧਾ ਸੰਬੰਧ ਵੀ ਨਹੀਂ ਹੈ, ਜੇ ਉਹ ਇੱਕ ਮੈਚ ਦੇ ਵਿੱਚ ਕਹਿ ਛੱਡ ਦਿੰਦਾ ਤਾਂ ਉਹਨੂੰ ਟਰੋਲ ਕੀਤਾ ਜਾਂਦਾ, ਉਹਨੂੰ ਖਾਲਿਸਤਾਨੀ ਤੱਕ ਕਿਹਾ ਜਾਂਦਾ, ਆਤੰਕਵਾਦੀ ਤੱਕ ਕਿਹਾ ਜਾਂਦਾ। ਇਹ ਸਾਰੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ? ਇਹਦੇ ਪਿੱਛੇ ਕਿਹੜੀ ਸਿਆਸਤ ਕੰਮ ਕਰਦੀ ਆ?
ਇਹ ਅੱਜ ਚਰਚਾ ਦਾ ਵਿਸ਼ਾ ਆ। ਸਾਡੇ ਨਾਲ ਨੇ ਪੰਜਾਬ ਦੇ ਉੱਘੇ ਵਿਦਵਾਨ ਮਾਲਵਿੰਦਰ ਸਿੰਘ ਮਾਲੀ। ਆਪਾਂ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਮਾਲੀ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਮਾਲੀ ਸਾਹਿਬ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬ 'ਚ ਇੱਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਜਿਸ ਤਰੀਕੇ ਨਾਲ ਕਿਤੇ ਬੁੱਤ ਤੋੜਿਆ ਜਾਂਦਾ, ਕਿਤੇ ਨਿਹੰਗਾਂ ਦਾ ਤੇ ਰਾਧਾ ਸੁਆਮੀਆਂ ਦਾ ਜਿਹੜਾ ਟਕਰਾਅ ਹੁੰਦਾ, ਕਿਤੇ ਸੈਂਟਰ ਲੈਵਲ ਤੇ ਖਿਡਾਰੀ ਦਾ ਜਿਹੜਾ ਟਰੋਲ ਕੀਤਾ ਜਾਂਦਾ, ਕੀ ਲੱਗਦਾ ਪਿੱਛੇ ਸਿਆਸਤ ਕੀ ਕੰਮ ਕਰਦੀ ਹੈ ਤੇ ਮਕਸਦ ਕੀ ਨੇ? ਪਹਿਲੀ ਗੱਲ ਤਾਂ ਹੈ ਨਾ, ਪੰਜਾਬ ਨੂੰ ਕਦੇ ਨਜ਼ਰ ਨਹੀਂ ਲੱਗੀ। ਜੇ ਤੁਸੀਂ ਇਤਿਹਾਸਕ ਤੌਰ 'ਤੇ ਵੀ ਤੁਸੀਂ ਦੇਖੋ ਨਾ, ਪੰਜਾਬ ਹਮੇਸ਼ਾ ਨਵੇਂ ਲਾਂਘੇ ਭੰਨਦਾ ਆ, ਨਵੇਂ ਰਾਹ ਦਿਖਾਉਂਦਾ ਆ। ਬਾਬਾ ਗੁਰੂ ਨਾਨਕ ਦੇ ਫਲਸਫੇ ਤੋਂ ਲੈ ਕੇ ਖਾਲਸਾ ਪੰਥ ਦੇ ਸਾਜਨਾ ਦੀ ਗੱਲ ਲੈ ਲਓ, ਰਣਜੀਤ ਸਿੰਘ ਦਾ ਖਾਲਸਾ ਰਾਜ ਕਹਿ ਲਓ, ਸਰਕਾਰੇ ਖਾਲਸਾ ਕਹਿ ਲਓ, ਅਤੇ ਮੁੜ ਕੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਦੀ ਗੱਲ ਕਰ ਲਓ, ਫਿਰ ਉਸ ਤੋਂ ਬਾਅਦ ਪੰਜਾਬੀ ਸੂਬਾ ਬਣਾਉਣ ਦੀ ਗੱਲ ਕਰ ਲਓ, ਮੁੜ ਕੇ ਫਿਰ ਆਨੰਦਪੁਰ ਸਾਹਿਬ ਲਈ ਧਰਮ ਯੁੱਧ ਮੋਰਚਾ ਲੱਗਿਆ, ਉਦੋਂ ਦੀ ਗੱਲ ਕਰ ਲਓ। ਪੰਜਾਬ ਜਦੋਂ ਕਰਵਟ ਲੈਂਦਾ, ਇਹ ਇੱਕ ਆਪਦੇ ਖਿੱਤੇ ਨੂੰ ਵੀ ਇੱਕ ਰੋਸ਼ਨੀ ਦਿਖਾਉਂਦਾ ਅਤੇ ਇਹਦੀ ਰੋਸ਼ਨੀ ਆਲੇ ਦੁਆਲੇ ਵੀ ਜਾਂਦੀ ਹੈ। ਫਿਰ ਜਿਹੜੀਆਂ ਹਨੇਰੇ ਦੀਆਂ ਤਾਕਤਾਂ ਨੇ ਨਾ, ਉਹ ਅਸਲ 'ਚ ਪੰਜਾਬ ਤੋਂ ਤਰਹਿੰਦੀਆਂ ਨੇ। ਉਹ ਫਿਰ ਪੰਜਾਬ ਨੂੰ ਲੀਹੋਂ ਲਾਉਣ ਲਈ, ਇਹਨੂੰ ਭਟਕਾਉਣ ਲਈ ਇਹ ਸਾਜ਼ਿਸ਼ਾਂ ਨੇ ਜਿਹੜੀਆਂ ਉਹ ਰਚ ਰਹੀਆਂ ਨੇ। ਤੁਸੀਂ ਦੇਖੋ, ਹੁਣ ਤਾਜ਼ਾ ਕਿਸਾਨ ਅੰਦੋਲਨ ਹੋ ਕੇ ਹਟਿਆ, ਠੀਕ ਆ, ਮੁਲਕ ਦੇ ਲੋਕ, ਦੁਨੀਆ ਦੇ ਲੋਕਾਂ ਦੀ ਹਮਦਰਦੀ ਸੀ, ਪਰ ਜਿਹੜਾ ਧੁਰਾ ਸੀ ਮੂਲ, ਉਹ ਤਾਂ ਪੰਜਾਬ ਦਾ ਕਿਸਾਨ ਸੀ ਨਾ, ਹਰਿਆਣੇ ਦਾ ਕਿਸਾਨ ਸੀ। ਪੰਜਾਬ ਤੇ ਹਰਿਆਣਾ ਇਕੱਠੀ ਸੀ, ਪਛਤਾਵਾ ਸੀ ਦੋਹਾਂ ਦਾ ਜਦੋਂ ਇਕੱਠੇ ਹੁੰਦੇ ਸੀ, ਅਸੀਂ ਤਾਂ ਅੱਡ ਨਹੀਂ ਹੋਏ। ਇਹਨੇ ਉਦੋਂ ਵੀ ਇੱਕ ਰਾਹ ਦਿਖਾਇਆ। ਰਾਹ ਕੀ ਦਿਖਾਇਆ? ਫੈਡਰਲ ਢਾਂਚੇ ਦੀ ਸਿਆਸਤ ਦੀ ਲੋੜ ਆ, ਕੇਂਦਰ ਜੋ ਕੁਛ ਕਰ ਰਿਹਾ ਉਹਨੂੰ ਹੱਕ ਨਹੀਂ। ਫਿਰ ਪੁਰਅਮਨ ਤੇ ਅਮਨਪੂਰਵਕ ਸ਼ਾਂਤੀਪੂਰਵਕ ਸੰਘਰਸ਼ ਦੀ ਲੋੜ ਆ। ਅਗਲੀ ਭਾਈਚਾਰਕ ਏਕਤਾ ਦੀ ਲੋੜ ਆ, ਸਾਰੇ ਫਿਰਕਿਆਂ ਦੇ ਵਿੱਚ, ਸਾਰੇ ਰਾਜਾਂ ਦੇ ਵਿੱਚ। ਹੁਣ ਇਹ ਆ ਜਿਹੜੇ ਹਿਸਾਬ ਨਾਲ ਇਹਨਾਂ ਨੇ ਮੁਲਕ ਬਣਾਇਆ, ਪਹਿਲੀ ਤਾਂ ਗੱਲ ਦੀ ਬੁਨਿਆਦ ਇਹ ਗਲਤ ਟਿਕੀ ਹੋਈ ਆ। ਭਾਰਤ ਇੱਕ ਕਦੇ ਵੀ ਦੇਸ਼ ਨਹੀਂ ਰਿਹਾ, ਇਹ ਕਈ ਦੇਸ਼ਾਂ ਦਾ ਦੇਸ਼ ਆ। ਚਾਹੇ ਦੋ ਕੌਮਾਂ ਦਾ ਫਿਰਕੂ ਸਿਧਾਂਤ ਜਿਹਨੂੰ ਆਪਾਂ ਕਹਿੰਦੇ ਆ, ਉਦੋਂ ਇਹ ਆ ਗਿਆ ਸੀ, ਜਿਹਦੇ ਵਿੱਚ ਵੰਡ ਨਹੀਂ ਹੋਈ ਵੀ ਹਿੰਦੂ ਤੇ ਮੁਸਲਮਾਨ। ਸਿੱਖ ਸੀ ਜਿਹੜੇ, ਉਹ ਆਪਦੇ ਰਾਜ ਨੂੰ ਬਚਾਉਣ ਖਾਤਰ, ਉਹਨੂੰ ਆਜ਼ਾਦ ਕਰਾਉਣ ਖਾਤਰ, ਉਹਦੀ ਗੱਲ ਕਰਨ ਖਾਤਰ, ਉਹ ਜਿਹੜਾ ਰਾਜ ਸੀ ਉਹ 'ਚ 55-60% ਮੁਸਲਮਾਨ ਸੀ, 18-20% ਹਿੰਦੂ ਸੀ, 10-11% ਸਿੱਖ ਸੀ। ਪਰ ਸਿੱਖ ਧੁਰਾ ਸੀ ਉਹ ਰਾਜ ਸਿਰਜਣ ਦਾ। ਇਹ ਸਿਰਾਂ ਵਾਲੀ ਗਿਣਤੀ ਦੇ ਪਾਸੇ ਪੈ ਗਏ। ਨਤੀਜਾ ਕੀ ਨਿਕਲਿਆ? ਪੰਜਾਬ ਵੰਡਿਆ ਗਿਆ ਨਾ, ਵੱਢਿਆ ਗਿਆ ਅਤੇ ਕੱਟਿਆ ਗਿਆ। ਇਸੇ ਕਰਕੇ ਅੱਜ ਆ ਜਿਹੜਾ ਪੰਜਾਬ, ਉਹ ਮੁੜ ਕੇ ਫੇਰ, ਤੁਸੀਂ ਇਹਨੂੰ ਫੈਡਰਲਿਜ਼ਮ ਦਾ ਅੰਦੋਲਨ ਨਾ ਕਹੋ, ਜਿਹੜਾ ਖੇਤੀ ਸੰਕਟ ਆ, ਜਿਵੇਂ ਕਾਰਪੋਰੇਟ ਆ, ਜਿਹੜੇ ਮਾਇਆਧਾਰੀ ਨੇ ਕਾਰਪੋਰੇਟ, ਜਿਹਨੂੰ ਆਪਾਂ ਕਹਿ ਦਈਏ, ਜਿਹਨੂੰ ਕਹਿੰਦੇ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਵੇ, ਪਾਪ ਇਕੱਠੇ ਕਰਕੇ ਇਹਨਾਂ ਨੇ ਲੋਕਾਂ ਦਾ ਖੂਨ ਨਿਚੋੜ ਕੇ ਮਾਇਆਧਾਰੀ ਬਣੇ ਨੇ। ਹੁਣ ਇਹ ਕਬਜ਼ਾ ਕਰ ਰਹੇ ਨੇ ਖੇਤੀ ਤੇ ਪੰਜਾਬ ਨੇ ਉਹ ਰਾਹ ਦਿਖਾਇਆ ਹੋਇਆ ਇੱਕ ਵਾਰ ਸਾਰਿਆਂ ਨਾਲ ਰਲ ਕੇ। ਪੰਜਾਬ ਦੀ ਸਿਆਸਤ ਦੇ ਵਿੱਚ ਉਹ ਵਿਚਾਰ ਐਂਟਰ ਨਾ ਹੋਣ, ਚੋਣਾਂ ਵੇਲੇ ਇਹਨਾਂ ਨੇ ਪੂਰਾ ਜ਼ੋਰ ਲਾ ਲਿਆ। ਪੰਜਾਬ ਦਾ ਕਿਸਾਨ ਅੰਦੋਲਨ ਜਦੋਂ ਪੰਜਾਬ 'ਚ ਸੀ, ਉਹ ਵੀ ਉਸ ਸੋਚ ਤੋਂ ਉਖੜਿਆ ਹੋਇਆ ਸੀ। ਜਿਹੜੀ ਸਾਂਝੇ ਮੋਰਚੇ ਦੀ ਸੋਚ ਉੱਭਰੀ, ਉਹ ਪੰਜਾਬ ਦੀ ਕਿਸਾਨ ਲੀਡਰਸ਼ਿਪ ਨੇ ਵੀ ਨਹੀਂ ਅਪਣਾਈ ਪੂਰੀ ਤਰ੍ਹਾਂ। ਜੇ ਆਪਾਂ ਕਹਿ ਦਈਏ, ਉਹ ਤੋਂ ਤਿੜਕੀ ਹੋਈ ਸੀ। ਕੋਈ ਬਾਈਕਾਟ ਵਾਲੇ ਪਾਸੇ ਤੁਰ ਗਿਆ, ਕੋਈ ਚੋਣਾਂ 'ਚ ਹਿੱਸਾ ਲੈਣ ਵਾਲੇ ਪਾਸੇ ਤੁਰ ਗਿਆ, ਕਿਉਂਕਿ ਉਹਦੇ ਵਿੱਚ ਇਹ ਗੱਲ ਨਿਕਲਣੀ ਸੀ, ਵਾਹਗਾ ਬਾਰਡਰ ਖੋਲ੍ਹੋ। ਵਾਹਗਾ ਬਾਰਡਰ ਖੋਲ੍ਹਣ ਦਾ ਖੇਤੀ ਸੰਕਟ ਨਾਲ ਬੜਾ ਗੂੜਾ ਸੰਬੰਧ ਆ। ਉਹਦੇ ਵਿੱਚੋਂ ਪੰਜਾਬ ਦੇ ਪਾਣੀਆਂ ਦੀ ਮਾਲਕੀ ਨਿਕਲਣੀ ਸੀ, ਕਿਉਂਕਿ ਖੇਤੀ ਸੰਕਟ 'ਚ ਪਾਣੀਆਂ ਦਾ ਬਹੁਤ ਵੱਡਾ ਰੋਲ ਆ। ਉਹਦੇ ਵਿੱਚ ਇਹ ਗੱਲ ਨਿਕਲਣੀ ਸੀ ਵੀ ਪੰਜਾਬ ਦੇ ਵਿੱਚੋਂ ਕੌਮਾਂਤਰੀ ਉਡਾਣਾ, ਅੱਧਾ ਪੰਜਾਬ ਉੜਿਆ ਫਿਰਦਾ, ਸਾਡੀ ਬਹੁਤ ਵੱਡੀ ਪੱਧਰ 'ਤੇ ਲੁੱਟ ਹੁੰਦੀ ਹੈ। ਉਹ ਸਾਨੂੰ ਰਾਹ ਤੋਂ ਭਟਕਾਉਣ ਲਈ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ। ਸੋ ਹੁਣ ਫੇਰ ਮੁੜ ਕੇ ਇਹ ਜਿਹੜੀਆਂ ਘਟਨਾਵਾਂ ਨੇ, ਤੁਸੀਂ ਉਹਨਾਂ ਕੋਸ਼ਿਸ਼ਾਂ ਦਾ ਇੱਕ ਸਿੱਟਾ ਆ ਜਿਹੜੀਆਂ ਘਟਨਾਵਾਂ ਵਾਪਰ, ਅਸਲ 'ਚ ਇਹਦੇ ਵਿੱਚ ਕੀ ਆ, ਮਤਲਬ ਪੰਜਾਬ ਆ ਜਿਹੜਾ ਨਾ ਜੀ, ਉਹਨੂੰ ਉਹਦੇ ਮੂਲ ਨਾਲੋਂ ਨਿਖੇੜਿਆ ਹੋਇਆ। ਮੂਲ ਤਾਂ ਸਾਡਾ ਬਾਬੇ ਗੁਰੂ ਨਾਨਕ ਦਾ ਫਲਸਫਾ, ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗਾ ਹਮਕੋ ਬਨਾਈ, ਸਰਬੱਤ ਦੇ ਭਲੇ 'ਚ ਆਪਦਾ ਭਲਾ ਸੋਚਣਾ। ਇਹ ਦੋਹਾਂ ਧਿਰਾਂ ਦੇ ਵਿੱਚ ਕਹਿ ਲਓ ਤੁਸੀਂ, ਬਾਕੀ ਪਿੱਛੇ ਇੱਕ ਇਹੋ ਜਿਹੀ ਧਿਰਾ ਜਿਹੜੀ ਕਹਿੰਦੀ ਆ ਆਪਦੇ ਭਲੇ 'ਚ ਸਰਬੱਤ ਦਾ ਭਲਾ ਦੇਖਦੀ ਆ। ਸਰਬੱਤ ਦੇ ਭਲੇ ਨੂੰ ਨੁਕਸਾਨ ਹੁੰਦਾ ਜਿੱਡਾ ਮਰਜ਼ੀ ਹੋ ਜੇ, ਮੇਰੀ ਭਲਾਈ ਕਿਹੜੀ ਗੱਲ 'ਚ ਆ। ਜਿਹੜੀ ਇਹ ਸੋਚ ਸਿੱਖਾਂ ਦੇ ਅੰਦਰ ਪੰਜਾਬ 'ਚ ਆ ਗਈ, ਉਹ ਹੀ ਪਵਾੜੇ ਖੜੇ ਕਰ ਰਹੀ ਆ। ਸ਼ਰਾਰਤੀ ਅੰਸਰ ਸਾਰੇ ਪਾਸੇ ਵੀ ਨੇ, ਸਿੱਖਾਂ ਦੇ ਵਿੱਚ ਵੀ ਨੇ। ਤੁਸੀਂ ਨਿਹੰਗਾਂ ਦੀ ਗੱਲ ਲੈ ਲਓ, ਕਿਸਾਨ ਅੰਦੋਲਨ ਦੇ ਵਿੱਚ ਹਮੇਸ਼ਾ ਕਿਸਾਨ ਅੰਦੋਲਨ ਤੇ ਨੇ ਤਲਵਾਰ ਲਟਕਾ ਕੇ ਰੱਖੀ, ਕਦੇ ਧਮਕੀਆਂ, ਕਦੇ ਹੋਰ। ਦੀਪ ਸਿੱਧੂ ਆ ਜਿਹੜਾ, ਉਹ ਇਹਨਾਂ ਦਾ ਲਾਡਲਾ ਹੀਰੋ ਸੀ ਸਾਰੇ ਕਾਸੇ ਦੇ ਵਿੱਚ।
ਇਸ ਕਰਕੇ ਹੁਣ ਵੀ ਹੈ ਜਿਹੜਾ ਮੈਨੂੰ ਤੁਸੀਂ ਇਹ ਦੱਸੋ ਜੀ, ਮੈਂ ਹੁਣੇ ਦੇਖ ਰਿਹਾ ਸੀ ਜਿਹੜੇ ਬਿਆਸਾਂ ਵਾਲਿਆਂ ਨਾਲ ਝਗੜਾ ਪਾਇਆ, ਗਾਵਾਂ ਵਾਲੇ ਬਾਬੇ, ਨਿਹੰਗਾਂ ਦਾ ਗਾਵਾਂ ਪਾਲਣ ਨਾਲ ਤਲਕ ਕੀ ਹੈ ਮੈਨੂੰ ਇਹ ਦੱਸੋ ਸਿਧਾਂਤਕ ਤੌਰ ਤੇ। ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਸੀ ਜਿਹਨਾਂ ਦਾ ਕੰਮ ਸੀ ਨਾਮ ਜਪੋ। ਨਾਮ ਜਪੋ ਦਾ ਮਤਲਬ ਜੋ ਗੁਰਬਾਣੀ 'ਚ ਸੰਦੇਸ਼ ਆ ਉਹਨੂੰ ਅਪਣਾਓ, ਉਹੀ ਦੀ ਜੀਵਨ ਜਾਚ ਜਿੱਤੋ, ਕਿਰਤ ਕਰੋ ਤੇ ਵੰਡ ਛਕੋ। ਇਹ ਲਾਡਲੀਆਂ ਫੌਜਾਂ ਤਿੰਨਾਂ ਤੋਂ ਬੇਮੁੱਖ ਨੇ। ਇਸ ਕਰਕੇ ਹਰ ਥਾਂ ਤੇ ਇੱਕ ਸਮੱਸਿਆ ਖੜੀਆਂ ਕਰਦੀਆਂ ਨੇ। ਸਾਰੇ ਤਾਂ ਕਿਤੇ ਵੀ ਮਾੜੇ ਨਹੀਂ ਹੁੰਦੇ। ਜੇ ਆਪਾਂ ਐਂ ਕਹਿ ਲਈਏ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ, ਸਰਕਾਰੀ ਕਾਰ ਸੇਵਾ ਕਿਹਨੇ ਕੀਤੀ? ਸਿੱਖਾਂ ਦੇ ਫੜ ਝੂਠੇ ਪੁਲਿਸ ਮੁਕਾਬਲੇ ਬਣਾਏ ਤੇ ਪੂਲਾ ਨਿਹੰਗ ਦੀ ਫੌਜ ਕੀ ਸੀ? ਤੇ ਜਿਹਨੂੰ ਅਸੀਂ ਕਹਿੰਦੇ ਆ ਬਲਵਿੰਦਰ ਸਿੰਘ ਜਟਾਣਾ ਵੀ SY ਰੋਕਣ ਦਾ ਹੀਰੋ, ਤੇ ਉਹਦਾ ਪਰਿਵਾਰ ਕਿਹਨੇ ਤਬਾਹ ਕੀਤਾ? ਜਦੋਂ ਤੱਕ ਤੁਸੀਂ ਇਹ ਸਾਰੀਆਂ ਗੱਲਾਂ ਨੂੰ ਸਮੁੱਚਤਾ ਜੋੜੋਗੇ ਨਹੀਂ ਨਾ, ਤੁਹਾਨੂੰ ਫਿਰ ਸਮਝ ਨਹੀਂ ਆਊ। ਭਾਰਤ ਦੇ ਵਿੱਚ ਪਹਿਲਾਂ ਇੰਡੀਆ ਸੀ ਨਾ ਜੀ, ਸੰਵਿਧਾਨ ਬਣਾਉਣ ਵੇਲੇ ਨਾਲ ਭਾਰਤ ਜੋੜਤਾ, ਹਿੰਦੂ ਇਤਿਹਾਸ 'ਚ ਇੱਕ ਭਾਰਤ ਆ, ਤੇ ਨਾਲ ਇਹ ਲਿਖਿਆ ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ। ਬੁਨਿਆਦ ਗਲਤ, ਭਚਲਾਵਾ ਦੇਣ ਲਈ ਯੂਨੀਅਨ ਆਫ ਸਟੇਟਸ ਨਾਰਾ ਦਿੱਤਾ, ਅਨੇਕਤਾ 'ਚ ਏਕਤਾ। ਅਨੇਕਤਾ ਬੇਸਿਕ ਥਿੰਗਾ, ਏਕਤਾ ਸਾਂਝ ਆ ਸਾਰੇ ਸੂਬਿਆਂ ਦੀ, ਸਾਰੇ ਕਾਸੇ 'ਚ। ਇਹ ਉਲਟ ਪੁਲਟ ਕਰਤਾ। ਉਲਟ ਪੁਲਟ ਕੀ ਕਰਤਾ ਵੀ ਜਿਹੜਾ ਫੁੱਲਾਂ ਦਾ ਗੁਲਦਸਤਾ ਇਹਨੂੰ ਭਗਵੀ ਚਟਣੀ ਬਣਾਉਣਾ। ਅਨੇਕਤਾ 'ਚ ਏਕਤਾ ਦੀ ਥਾਂ ਏਕਤਾ 'ਚ ਅਨੇਕਤਾ। ਭਾਰਤੀ ਪਹਿਲਾਂ, ਉਹਦੇ ਵਿੱਚੋਂ ਜਿਹੜਾ ਸਮਾਜੀ ਆਧਾਰ ਉਸਾਰਨਾ, ਇਹ ਉਹੀ ਆ ਜਿਹਤੇ 47 ਦੀ ਵੰਡ ਹੋਈ, ਹਿੰਦੂਆਂ ਲਈ ਹਿੰਦੁਸਤਾਨ। ਹੁਣ ਹਿੰਦੂ ਰਾਸ਼ਟਰਵਾਦ ਲੈ ਜਾਂਦੇ ਨਾ ਸਾਹਮਣੇ ਸਾਰੇ ਕਾਸੇ 'ਚ। ਹੁਣ ਇਹਦੇ ਵਿੱਚੋਂ ਧਾਰਮਿਕ ਘੱਟ ਗਿਣਤੀਆਂ ਸਾਰੀਆਂ ਇਹਨਾਂ ਦੇ ਨਿਸ਼ਾਨੇ 'ਤੇ ਨੇ। ਜਿਹੜੀ ਰਾਜ ਕਰ ਰਹੀ ਹੈ ਧਿਰ, ਉਹਦੀ ਵਿਚਾਰਧਾਰਾ ਕੀ ਆ? ਉਹ ਕਹਿੰਦੇ ਈਸਾਈ ਤੇ ਮੁਸਲਮਾਨ ਇਹ ਹਿੰਦੁਸਤਾਨ ਦੀ ਧਰਤੀ ਦੇ ਪੈਦਾਵਾਰ ਧਰਮ ਨੇ, ਇਹਨਾਂ ਦੇ ਇੱਥੇ ਰਹਿਣ ਦਾ ਕੋਈ ਹੱਕ ਨਹੀਂ। ਦੂਜੇ ਕਹਿੰਦੇ ਸਾਡੇ ਹੀ ਨੇ, ਜਿਹਨੂੰ ਕਹਿ ਦਿਓ ਜੈਨੀ ਕਹਿ ਲਓ, ਬੁੱਧੀ ਕਹਿ ਲਓ, ਜਾਂ ਹੋਰ ਇਹ ਜੇ ਕੁਛ ਇਹ ਹੋਣਗੀਆਂ। ਸਿੱਖਾਂ ਨੂੰ ਉਹ ਕਹਿੰਦੇ ਨੇ ਇਹ ਤਾਂ ਲਾਡਲੀ ਫੌਜ ਸਾਡੀ ਰਾਖੀ ਲਈ ਬਣੀ ਸੀ। ਜਿਹੜਾ ਗੁਰੂ ਤੇਗ ਬਹਾਦਰ ਆ, ਜਿਹੜਾ ਸ੍ਰਿਸ਼ਟ ਦੀ ਚਾਦਰ ਆ, ਧਰਮ ਦੀ ਚਾਦਰ ਆ, ਉਹਨੂੰ ਬਦਲ ਕੇ ਹਿੰਦ ਦੀ ਚਾਦਰ ਬਣਾਤਾ। ਨਾ ਉਦੋਂ ਹਿੰਦ ਸੀ ਨਾ ਕਿਤੇ ਨਾ ਵਾਸਤਾ। ਬਾਬਾ ਗੁਰੂ ਨਾਨਕ ਨੇ ਹਿੰਦੁਸਤਾਨ ਸ਼ਬਦ ਵਰਤਿਆ, ਖੁਰਾਸਾਨ ਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਉਦੋਂ ਸਿੰਧ ਨਦੀ ਤੋਂ ਇੱਧਰਲੇ ਇਲਾਕੇ ਨੂੰ ਇਹ ਕਹਿੰਦੇ ਸੀ। ਤੇ ਹੁਣ ਤਾਂ ਮੋਦੀ ਵੀ ਕਹਿਣ ਲੱਗ ਗਿਆ ਵੀਰ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਆ ਜਿਹੜੀ, ਉਹ ਭਾਰਤੀ ਮਾਂ ਨੂੰ ਆਜ਼ਾਦ ਤੇ ਇਕੱਠੇ ਕਰਾਉਣ ਲਈ ਆ। ਹੁਣ ਤਾਂ ਕਹਿੰਦੇ ਅਸੀਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਵੀ ਮਨਾਉਣਾ। ਸਾਕਾ ਸਰਹੰਦ ਜਿਹਨੂੰ ਆਪਾਂ ਕਹਿੰਦੇ ਹੁੰਦੇ ਸੀ, ਸ਼ਹੀਦੀ ਸਭਾ ਕਹਿੰਦੇ ਹੁੰਦੇ ਸੀ, ਸੋਗ ਦੇ ਦਿਨ ਹੁੰਦੇ ਸੀ। ਉਹਨਾਂ ਦਿਨਾਂ 'ਚ ਲੋਕ ਹੇਠਾਂ ਪੈਂਦੇ ਹੁੰਦੇ ਸੀ। ਉਹਦਾ ਰੰਗ ਰੂਪ ਕਿੰਨੇ ਬਦਲ ਗਿਆ। ਹੁਣ ਕਹਿੰਦੇ ਵੀਰ ਬਾਲ ਦਿਵਸ। ਪਹਿਲਾਂ ਤਾਂ ਵੀਰ ਕਿਉਂ ਲਾਇਆ ਮੂਹਰੇ? ਵੀਰ ਸਾਵਰਕਰ, ਵੀਰ ਹੋ, ਲਿੰਕ ਕਿਹਦੇ ਨਾਲ ਜੋੜਦੇ ਨੇ? ਫਿਰ ਹੁਣ ਜਦੋਂ ਸਾਹਿਬਜ਼ਾਦਿਆਂ ਦੇ ਪ੍ਰਚਾਰ ਕਰਨਗੇ, ਜਿਹਤੇ ਕੁਛ ਸਿੱਖ ਚੌੜੇ ਹੋਏ ਫਿਰਦੇ ਨੇ, ਉੱਥੇ ਨਵਾਬ ਸ਼ੇਰ ਮੁਹੰਮਦ ਨੇ ਮਲੇਰਕੋਟਲੇ ਤੇ ਜ਼ਿਕਰ ਆਊ। ਉਹ ਹਾਂ ਦਾ ਨਾਰਾ ਮਾਰਿਆ। ਸਿੱਖਾਂ ਦੇ ਇਤਿਹਾਸ ਤਾਂ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ ਨਾ ਜੀ। ਐਡੀ ਕੱਟ ਵੱਢ ਹੋਈ, ਬੜੀ ਗਲਤ ਸੀ ਉਹ ਸਾਰਾ ਕੁਛ। ਪਰ ਇੱਕ ਗੱਲ ਸੀ, ਮਲੇਰਕੋਟਲੇ ਦੀ ਜੂਹ 'ਚ ਜਿਹੜਾ ਵੱਜ ਗਿਆ ਉੱਥੇ ਨਹੀਂ ਅਸੀਂ ਮਾਰਨਾ। ਇਹ ਸਿੱਖਾਂ ਦੀ ਇੱਕ ਬਹੁਤ ਵੱਡੀ ਗੱਲ ਆ ਪੰਜਾਬ 'ਚ। ਚਾਹੇ ਐਂ ਨਹੀਂ ਜਿਹੜਾ ਬਾਹਰ ਕੀਤਾ ਉਹ ਠੀਕ ਕੀਤਾ ਹੈਗਾ, ਉਹ ਵੀ ਗਲਤ ਸੀ। ਤੇ ਇਹ ਫਿਰ ਸਾਹਿਬਜ਼ਾਦਿਆਂ ਦੇ ਕਾਤਲ ਮੁਸਲਮਾਨ, ਮੁਗਲਮਾਨ, ਇਹ ਸਾਰੇ ਉਸੇ ਨੂੰ ਫੈਲਾਉਣਗੇ ਨਾ ਸਾਰੇ ਕਾਸੇ। ਇਸੇ ਕਰਕੇ ਪੰਜਾਬ ਤੋਂ ਇੱਕ ਆਸ ਆ ਵੀ ਇਹ ਮੁਲਕ ਜਿਹੜੇ ਗਲਤ ਰਾਹ 'ਤੇ ਤੁਰਿਆ, ਇਹ ਸਹੀ ਰਾਹ ਦਿਖਾਊ। ਖੇਤੀ ਬਹੁਤ ਵੱਡਾ ਫੈਕਟਰ ਆ ਕਾਰਪੋਰੇਟਾਂ ਦੇ ਹੱਥਾਂ 'ਚੋਂ ਬਚਾਉਣ ਲਈ। ਕਾਨੂੰਨ ਵਾਪਸ ਲੈ ਲਏ, ਧੋਖਾ ਸਾਹਮਣੇ ਆ ਗਿਆ ਨਾ, ਵਿਸ਼ਵਾਸਘਾਤ ਕੀਤਾ ਨਾ, ਬਿਜਲੀ ਬਿੱਲ ਲਿਆਂਦਾ ਨਾ, ਕਿਸਾਨ ਅੰਦੋਲਨ ਨੂੰ ਖੰਡਾਤਾ ਨਾ, ਅੱਡ ਰਾਹਾਂ 'ਤੇ ਪਾਤਾ ਨਾ। ਇਹ ਕਚਿਆਈ ਸਾਡੀ ਆ, ਕਿਸਾਨ ਅੰਦੋਲਨ ਦੀ ਸਮਝ ਦੀ ਕਚਿਆਈ ਆ। ਦੂਜੇ ਪਾਸੇ ਉਹੀ ਜੋਗਿੰਦਰ ਯਾਦਵ ਜਿਹੜਾ ਹੁਣ ਤੱਕ ਕਾਂਗਰਸ ਨੂੰ ਭੰਡਦਾ ਰਿਹਾ ਸੀ, ਸਾਰਥੀ ਬਣ ਗਿਆ ਨਾ। ਭਾਰਤ ਜੋੜੋ ਨਫ਼ਰਤ ਛੋੜੋ। ਭਾਰਤ ਜੋੜਨ ਨੂੰ ਕੀ ਹੋਇਆ ਭਾਰਤ ਨੂੰ ਜੀ? ਭਾਰਤ ਉਹ ਵੀ ਜੋੜ ਰਹੇ ਨੇ। ਉਹ ਕਹਿੰਦੇ ਗੁਲਦਸਤਾ ਨਹੀਂ ਭਗਵੀ ਚਟਣੀ। ਲਓ ਪੋਜੀਸ਼ਨ ਤੁਸੀਂ ਜਾਂ ਤਾਂ ਉਹਦੇ ਬਾਰੇ। ਸੋ ਇਸ ਕਰਕੇ ਇਹ ਜਿਹੜੀ ਨਵੀਂ, ਅਸਲ 'ਚ ਸਾਰੇ ਸਿਆਸੀ ਮਸਲੇ ਨੇ, ਇਹ ਧਾਰਮਿਕ ਮਸਲਾ ਹੈ ਹੀ ਨਹੀਂ। ਸੋ ਈਸਾਈ, ਸਿੱਖ, ਮੁਸਲਮਾਨ ਇਹ ਹਿੰਦੂਤਵ ਦੇ ਨਿਸ਼ਾਨੇ 'ਤੇ ਨੇ। ਹੁਣ ਇੱਕ ਨੂੰ ਇਨਹੀਲੇਟ ਕਰਨਾ ਚਾਹੁੰਦੇ ਆ, ਖਤਮ ਕਰਨਾ ਚਾਹੁੰਦੇ ਆ। ਦੂਜੇ ਨੂੰ ਆਪਦੇ ਵਰਗਾ ਬਣਾਉਣਾ ਚਾਹੁੰਦੇ ਆ, ਉਹਨੂੰ ਅਸਿਮੀਲੇਸ਼ਨ, ਵੀ ਸਿੱਖਾਂ ਨੂੰ ਹਿੰਦੂਆਂ ਵਰਗੀ ਬਣਾ ਲਓ। ਉਹ ਜੋ ਅਸੀਂ ਸੋਚਦੇ ਹਾਂ ਉਹੀ ਜੀ ਸੋਚਣ ਲੱਗ ਜਾਣ, ਤੇ ਉਹਨਾਂ ਦੀਆਂ ਪ੍ਰੋਬਲਮਾਂ ਸਾਰੇ ਕਾਸੇ ਦੇ ਵਿੱਚ ਹੈਗੀਆਂ ਨੇ। ਸੋ ਇਸ ਕਰਕੇ ਨਜ਼ਰ ਲੱਗਣ ਵਾਲੀ ਗੱਲ ਨਹੀਂ। ਜਿਹੜੀ ਪੰਜਾਬ ਦੀ ਲਿਸ਼ਕ ਆ ਉਹਨੂੰ ਝੰਡਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਟੋਟਲ ਸਿਆਸੀ ਮਸਲਾ, ਕੋਈ ਧਾਰਮਿਕ ਮਸਲਾ ਨਹੀਂ,
ਕੋਈ ਜਾਤੀਗਤ ਮਸਲਾ ਨਹੀਂ, ਰੰਗਰੇਟੇ ਦਾ ਮਸਲਾ ਵੀ ਉਠਾਇਆ ਜਾ ਰਿਹਾ। ਤੁਸੀਂ ਦੇਖੋ ਸਿਧਾਂਤਕ ਤੌਰ ਤੇ ਸਿੱਖੀ 'ਚ ਕੋਈ ਜਾਤ ਪਾਤ ਨਹੀਂ, ਅਮਲੀ ਤੌਰ ਤੇ ਸਿੱਖ ਸਮਾਜ 'ਚ ਜਾਤ ਪਾਤ ਹੈ, ਪਰ ਇਹ ਜਾਤ ਪਾਤ ਨੂੰ ਨਜਿੱਠਣਾ ਬਾਬੇ ਗੁਰੂ ਨਾਨਕ ਦੇ ਫਲਸਫੇ ਦੀ ਸੇਧ ਅਨੁਸਾਰ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਉਹ ਜਿਹਾ ਜਾਤੀ ਮਸਲਾ ਜੋ ਮੁਲਕ 'ਚ ਇੱਥੇ ਹੈ ਨਹੀਂ, ਪਰ ਇੱਥੇ ਭੜਕਾਹਟ ਕਿਉਂ ਪੈਦਾ ਕੀਤੀ ਜਾ ਰਹੀ ਹੈ? ਧਰਮਾਂ ਦੇ ਨਾਂ ਤੇ ਅੱਡ ਕਰੋ, ਹੈਂ ਜੀ, ਈਸਾਈਆਂ ਤੇ ਸਿੱਖਾਂ ਦਾ ਪੇਚਾ ਪਵਾਓ, ਨਿਹੰਗਾਂ ਤੇ ਬਿਆਸ ਵਾਲਿਆਂ ਦਾ ਪੇਚਾ ਪਾਓ, ਤੇ ਆਹ ਫਿਰ ਜਿਹੜਾ ਜਾਤੀ ਆ ਰੰਗਰੇਟੇ ਤੇ ਉਹ ਬਣਾਓ। ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਿਹੜਾ ਪੰਜਾਬੀ ਸਮਾਜ ਆ, ਜਿਹਨੇ ਇੱਕ ਦੌਰ ਹੰਢਾ ਕੇ ਏਕਤਾ ਵਾਲਾ ਦੌਰ ਹੰਢਾਇਆ ਸੀ ਕਿਸਾਨ ਅੰਦੋਲਨ 'ਚ, ਬਖਰੇਵੇਂ ਭੁੱਲਣ ਵਾਲੀ ਸੀ, ਉਹਨਾਂ ਨੂੰ ਪਾੜਿਆਂ ਨੂੰ ਪਾਇਆ ਜਾ ਰਿਹਾ। ਸੋ ਇਹਦਾ ਸਹੀ ਜਵਾਬ ਆ ਜਿਹੜਾ ਉਹ ਇਹੀ ਆ, ਫੈਡਰਲ ਸਿਆਸਤ, ਭਾਈਚਾਰਕ ਏਕਤਾ, ਘੱਟ ਗਿਣਤੀਆਂ ਤੇ ਹਮਲਾ। ਧਰਮ ਬਦਲੀ ਬਾਰੇ ਦੇਖੋ, ਉਹ ਕਹਿੰਦੇ ਹਿੰਦੂ ਵੀ ਐਂ ਕਰਦੇ ਨੇ ਜੀ, ਮੁਸਲਮਾਨ ਵੀ ਐਂ ਕਰਦੇ ਨੇ, ਸਿੱਖ ਵੀ ਐ। ਸਿੱਖ ਦਾ ਪ੍ਰਤੀਕਰਮ ਕਿਸੇ ਵੀ ਘਟਨਾ ਬਾਰੇ, ਧਰਮ ਬਾਰੇ, ਧਰਮ ਬਦਲੀ ਬਾਰੇ ਹਿੰਦੂ ਵਾਲਾ ਨਹੀਂ ਹੋ ਸਕਦਾ, ਕਿਉਂਕਿ ਸਾਡਾ ਸੋਚਣ ਦੀ ਤਰੀਕਾ ਅੱਡਾ। ਅਸੀਂ ਕਹਿੰਦੇ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਅਸੀਂ ਤਾਂ ਕਿਸੇ ਦਾ ਧਰਮ ਬਦਲਾਉਣ ਦੇ ਹੱਕ 'ਚ ਨਹੀਂ। ਸੋ ਇਸ ਕਰਕੇ ਹੁਣ ਉਹ ਜਿਹੜੀ ਸੱਤਾ ਦੇ ਜ਼ੋਰ ਨਾਲ ਜੁੜ ਕੇ ਜਿਹੜੀ ਧਰਮ ਬਦਲੀ ਹੋ ਰਹੀ ਆ ਕਿਸੇ ਤਰ੍ਹਾਂ, ਉਹ ਤੋਂ ਧਿਆਨ ਭਟਕਾਉਣ ਲਈ ਈਸਾਈਆਂ ਕੋਲੇ ਅੱਜ ਕਿਹੜੀ ਤਾਕਤ ਆ ਜੀ? ਕਾਹਦੇ ਆਸਰੇ ਉਹ ਇੱਥੇ ਧਰਮ ਬਦਲਾਉਣਗੇ? ਜਿੱਥੇ ਈਸਾਈਆਂ ਕੋਲੇ ਸੱਤਾ, ਉੱਥੇ ਸਿੱਖੀ ਫਲ ਫੁੱਲ ਰਹੀ ਆ, ਤੇ ਉੱਥੇ ਅਸੀਂ ਬੜੇ ਜੋਸ਼ ਨਾਲ ਵਿਆਹ ਦੇਖੋ ਜੀ, ਸਿੱਖ ਧਰਮ ਧਾਰਨ ਕਰ ਲਿਆ ਉਹਨਾਂ ਨੇ। ਚਲੋ ਸਹੀ ਗਲਤ ਮਤਭੇਦ ਹੋ ਸਕਦੇ ਆ। ਸੋ ਇੱਕ ਐਡੀ ਬੜੀ ਇਹ ਗਲਤ ਹੋ ਸੀ, ਕਿਉਂਕਿ ਜਿਵੇਂ ਹਜ਼ਰਤ ਮੁਹੰਮਦ ਖਿਲਾਫ ਟਿੱਪਣੀ ਕੀਤੀ ਤੇ ਜਿਵੇਂ ਰਿਐਕਸ਼ਨ ਹੋਇਆ ਤੇ ਪਿੱਛੇ ਹਟਣਾ ਪਿਆ ਨਾ, ਉਹਨੂੰ ਸੱਚੇ ਝੂਠੇ ਸਸਪੈਂਡ ਕਰਨੇ ਪਏ। ਹੁਣ ਈਸਾਈਆਂ ਨਾਲ ਇਹ ਪੰਗਾ ਲੈਣ ਤੋਂ ਟਲਦੇ ਨੇ। ਹਾਲਾਂਕਿ ਉੜੀਸਾ 'ਚ ਉਹ ਗ੍ਰਾਹਮ ਸਟੀਵਨ ਕੀ ਸੀ, ਪਰਿਵਾਰ ਸਾੜਿਆ ਸੀ, ਕਿਉਂਕਿ ਇਹਨਾਂ ਨੂੰ ਇਹ ਆ ਵੀ ਜੇ ਈਸਾਈਆਂ ਨਾਲ ਵੀ ਪੰਗਾ ਲੈ ਲਿਆ ਫਿਰ ਇਹਨਾਂ ਦਾ ਵਿਰੋਧ ਵੱਡਾ ਹੁੰਦਾ। ਇਹ ਸਿੱਖਾਂ ਦੇ ਵਿੱਚ ਉਹੀ ਅੰਸਰ ਜਿਹੜੇ ਸਟੇਟ ਦਾ ਹਿੱਸਾ ਬਣ ਕੇ ਸੰਘਰਸ਼ ਦੇ ਖਿਲਾਫ ਲੜਦੇ ਰਹੇ, ਉਹਨਾਂ 'ਚ ਕੁਝ ਆ ਜਿਹੜੇ ਇਹਨਾਂ ਨੇ ਈਸਾਈਆਂ ਦੇ ਗਲ ਪਾਤੇ, ਤਾਂ ਕਿ ਜਿਵੇਂ ਪਹਿਲਾਂ ਇੱਥੇ ਨਾ ਕਦੇ ਧਾਰਮਿਕ ਦੰਗੇ ਪੰਜਾਬ 'ਚ ਕਿਉਂ ਨਹੀਂ ਹੋਏ ਜੀ? ਪੰਜਾਬ ਦੇ ਜਦੋਂ ਹੱਕਾਂ ਦੀ ਲੜਾਈ ਹੁੰਦੀ ਆ, ਚਾਹੇ ਪੰਥ ਖੇਤਾਂ ਦੀ ਲੜਾਈ ਹੁੰਦੀ ਆ, ਉਦੋਂ ਤਣਾਅ ਪੈਦਾ ਹੁੰਦਾ। ਇੱਕ ਹਿੱਸੇ ਦੇ ਮਨ 'ਚ ਡਰ ਫੈਲਾਇਆ ਜਾਂਦਾ ਵੀ ਇਹ ਤਾਂ ਅੱਡ ਹੋਣ ਵਾਲੀ ਗੱਲ ਕਰਨਗੇ, ਖਾਲਿਸਤਾਨ ਵਾਲੀ ਗੱਲ ਕਰਨਗੇ। ਉਹ ਸਿਆਸੀ ਤਣਾਅ ਹੁੰਦਾ, ਧਾਰਮਿਕ ਤਾਂ ਹੁੰਦੇ ਨਹੀਂ ਉਹ। ਜਾਂ ਖਾੜਕੂ ਦੌਰ ਵੇਲੇ, ਜਾਂ ਇੱਕ ਵੇਲੇ ਜਦੋਂ ਇੱਕ ਸਿਆਸੀ ਪੈਂਤੜਾ ਅਪਣਾਇਆ ਗਿਆ ਵੀ ਜੇ ਕੁਛ ਹਿੰਦੂਆਂ 'ਤੇ ਹਮਲਾ ਕਰੀਏ ਤਾਂ ਦਿੱਲੀ ਚੀਕ ਮਾਰਦੀ ਆ, ਢਿੱਲਵਾਂ ਕਾਂਡ। ਉਦੋਂ ਬਾਅਦ ਏਜੰਸੀਆਂ ਨੇ ਵੀ ਵਰਤਿਆ, ਪਰ ਇੱਕ ਸਿੱਖਾਂ ਦੇ ਅੰਦਰ ਵੀ ਇੱਕ ਇਹ ਸੀ ਵੀ 5 ਹਿੰਦੂ ਮਾਰੇ। ਜਦ ਦਰਬਾਰਾ ਸਿੰਘ ਦੀ ਸਰਕਾਰ ਆ ਜਿਹੜੀ ਜ਼ੋਰ ਲਾ ਰਹੇ ਸੀ ਵੀ ਭੰਗ ਕਰੋ, ਹਾਲਾਂਕਿ ਭੰਗ ਕਰਾਉਣ ਦੀ ਲੋੜ ਨਹੀਂ ਸੀ। ਰਾਸ਼ਟਰਪਤੀ ਰਾਜ ਤਾਂ ਜਿਹੜੀ ਵੀ ਸਰਕਾਰ ਜਿੰਨੀ ਮਰਜ਼ੀ ਮਾੜੀ ਹੋਵੇ ਉਹਦੇ ਨਾਲੋਂ ਭੈੜੀ ਭੈੜਾ ਹੋਊਗਾ, ਖਾਸ ਕਰਕੇ ਪੰਜਾਬ 'ਚ, ਦੂਜੇ ਸੂਬਾਂ 'ਚ। ਉਹ ਗਲਤੀ ਇੱਕ ਹੋਈ ਆ, ਉਹਨੂੰ ਸਾਡੇ ਖਿਲਾਫ ਕਿੱਡੀ ਵੱਡੀ ਪੱਧਰ 'ਤੇ ਵਰਤਿਆ। ਹੁਣ ਇਹ ਜਿਹੜੀ ਬਾਹਰ ਅਸੀਂ ਸਿੱਖਾਂ ਦਾ ਇੱਕ ਮਾਣ ਤਾਣਾ, ਬਾਹਰ ਸਿੱਖ ਸਿਰਾਂ ਦੀ ਗਿਣਤੀ ਕਰਕੇ MP ਬਣਦੇ ਨੇ, ਮੰਤਰੀ ਬਣਦੇ ਨੇ, ਉਹ ਆਪਣੇ ਕਿਰਦਾਰ ਕਰਕੇ ਬਣਦੇ ਨੇ, ਵਿਹਾਰ ਕਰਕੇ ਬਣਦੇ ਨੇ। ਦੂਜੀਆਂ ਕਮਿਊਨਿਟੀਆਂ ਦੇ ਲੀਡਰ ਸਿੱਖ ਕਿਵੇਂ ਬਣ ਜਾਂਦੇ ਨੇ? ਮੈਂ ਤੁਹਾਨੂੰ ਦੱਸਦਾ। ਟੌੜਾ ਸਾਹਿਬ ਕਹਿੰਦੇ ਮੈਂ UP 'ਚ ਗਿਆ, ਅੰਮ੍ਰਿਤਧਾਰੀ ਸਿੱਖ ਪੂਰਾ, ਵਾਹਿਗੁਰੂ ਜੀ ਕਾ ਖਾਲਸਾ ਮਿਲਿਆ। ਹਾਂ ਜੀ ਸਿੰਘ ਸਾਹਿਬ ਤੁਸੀਂ? ਉਹ ਕਹਿੰਦੇ ਜੀ ਮੈਂ ਇੱਥੇ ਮੁਸਲਿਮ ਲੀਗ ਦਾ ਪ੍ਰਧਾਨ ਹਾਂ। ਕਹਿੰਦੇ ਸਿੰਘ ਸਾਹਿਬ ਤੁਸੀਂ ਮੁਸਲਿਮ? ਕਹਿੰਦੇ ਮੈਂ ਸਿੱਖ ਹਾਂ, ਪਰ ਮੁਸਲਮਾਨਾਂ ਦੇ ਹੱਕਾਂ ਲਈ ਇਹਨਾਂ ਨੇ ਮੈਨੂੰ ਆਗੂ ਬਣਾਇਆ ਹੋਇਆ। ਤੁਸੀਂ ਇਹ ਦੇਖੋ, ਮੰਡੀਆਂ ਨੇ ਜਿਹੜੀਆਂ, ਮੰਡੀਆਂ 'ਚ ਆੜ੍ਹਤੀਆਂ ਜੱਟ ਸਿੱਖ ਘੱਟ ਨੇ, ਪਰ ਜ਼ਿਆਦਾ ਪ੍ਰਧਾਨ ਕਿਉਂ ਨੇ ਉਹ? ਇਹਨਾਂ 'ਚ ਇੱਕ ਲੜਨ ਦੀ ਗੱਲ ਆ, ਦੂਜਿਆਂ ਦੇ ਹਿੱਤਾਂ ਖਾਤਰ ਆਪਦਾ ਕੁਝ ਕਰਨ ਦੀ ਉਹ ਗੱਲ ਹੈਗੀ ਆ। ਸੋ ਇਸ ਕਰਕੇ ਇਹ ਜਿਹੜਾ ਜਜ਼ਬਾ, ਇਹਨੂੰ ਖੁੰਡਾ ਕਰਨ ਲਈ, ਜਿਵੇਂ ਉਦੋਂ ਬਾਹਰਲੇ ਰਾਜਾਂ ਖਾਤਰ ਸਰਕਾਰ ਨੇ ਸਾਡੀ ਕੋਈ ਗਲਤੀ ਕਹਿ ਲਓ ਉਹਨੂੰ ਵਰਤ ਕੇ, ਨੀਤੀ ਚਾਹੇ ਸਰਕਾਰ ਦੀ ਸੀ, ਪੀੜਤਾ ਜਿਹੜਾ ਉਹਨੂੰ ਦੋਸ਼ੀ ਗਰਦਾਨਣ ਦੀ ਨੀਤੀ ਤਾਂ ਕੇਂਦਰ ਸਰਕਾਰ ਦੀ ਪਹਿਲੀ ਆ। ਸਾਡੇ ਹੀ ਨਸਲ ਘਾਤ ਹੋਈ, ਅਸੀਂ ਫੜਫੜ ਮਾਰੇ, ਤੇ ਦੋਸ਼ੀ ਵੀ ਸਾਨੂੰ ਸਾਬਤ ਕੀਤਾ ਜਾ ਰਿਹਾ। ਪਰ ਇਸ ਮਾਮਲੇ 'ਚ ਵੀ ਇੱਕ ਚੰਗੀ ਗੱਲ ਹੋਈ ਆ, ਆਪਸੀ ਸੰਵਾਦ ਹੋਇਆ ਘੱਟ ਗਿਣਤੀਆਂ ਦਾ, ਤੇ ਸਹੀ ਰਾਹ ਪਾਸੇ ਪਿਆ। ਨਹੀਂ ਇਹ ਬਾਹਰਲੇ ਦੇਸ਼ਾਂ 'ਚ ਸਾਨੂੰ ਦਿੱਕਤਾਂ ਖੜੀਆਂ ਕਰਨੀਆਂ ਸੀ। ਮਾਰੀ ਸਾਹਿਬ, ਇੱਕ ਤੁਸੀਂ ਕਰਵਟ ਦੀ ਗੱਲ ਕੀਤੀ ਹੈ ਵੀ ਪੰਜਾਬ ਕਰਵਟ ਲੈ ਰਿਹਾ, ਇਸ ਲਈ ਉਸ ਦੀ ਕਰਵਟ ਨੂੰ, ਉਹਦੀ ਚਮਕ ਨੂੰ ਚੰਦਿਆਉਣ ਲਈ ਇਹ ਸਾਰੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਇੱਕ ਮੇਰਾ ਸਵਾਲ ਹੈ ਕਿ ਇਸ ਕਰਵਟ ਦੇ ਵਾਹਕ ਜਾਂ ਆਗੂ ਕੌਣ ਲੱਗਦੇ ਆ? ਵਿੱਚ ਖਾਲਿਸਤਾਨ ਦੀਆਂ ਗੱਲਾਂ ਚੱਲਦੀਆਂ ਨੇ, ਵਿੱਚ ਕਿਸਾਨ ਲੀਡਰ ਸੀ, ਕਮਿਊਨਿਸਟਾਂ ਦੀਆਂ ਗੱਲਾਂ ਚੱਲਦੀਆਂ ਨੇ। ਤੁਸੀਂ ਇਸ ਕਰਵਟ ਦੇ ਆਗੂ ਕਿਹਨੂੰ ਮੰਨਦੇ ਹੋ?
ਦੇਖੋ ਪਹਿਲੀ ਗੱਲ ਸਮਝਣ ਦੀ ਇਹ ਲੋੜ ਆ, ਕੋਈ ਬੜਾ ਸਿੱਖਾਂ ਨਾਲ ਰੌਲਾ ਨਹੀਂ ਹੈ ਹਿੰਦੂਆਂ ਦਾ ਜਾਂ ਹਕੂਮਤ ਦਾ। ਹਕੂਮਤ ਦਾ ਰੌਲਾ ਪੰਜਾਬ ਨਾਲ ਅਸਲ 'ਚ। ਉਹ ਦੁਨੀਆ ਦੇ ਨਕਸ਼ੇ ਤੋਂ ਪੰਜਾਬ ਦੀ ਹਸਤੀ ਮਿਟਾਉਣਾ ਚਾਹੁੰਦੇ ਆ। ਪਹਿਲਾਂ ਵੰਡਿਆ ਪੰਜਾਬ, ਮੁੜ ਕੇ 3 ਹਿੱਸਿਆਂ 'ਚ ਫੇਰ ਵੰਡਿਆ। ਖਾਲਿਸਤਾਨ ਹਕੂਮਤ ਲਈ ਕੋਈ ਖਤਰਨਾਕ ਗੱਲ ਨਹੀਂ, ਕਿਉਂਕਿ ਖਾਲਿਸਤਾਨ ਉਹੀ ਪਛਤਾਵਾ ਜਦੋਂ ਸਿੱਖ ਇਸ ਗੱਲ 'ਚ ਪੈ ਗਏ ਵੀ ਸਿਰਾਂ ਗਿਣਤੀ ਨਾਲ ਦੇਸ਼ ਬਣੂਗਾ। ਰਾਜ ਕਰਕੇ ਤਾਂ ਤੀਜੀ ਕੌਮ ਮੰਨ ਲਿਆ ਵੀ ਸਿੱਖ ਹੈਗੇ ਨੇ, ਪਰ ਸਿਰਾਂ ਦੀ ਗਿਣਤੀ ਕਰਕੇ ਤਰਨਤਾਰਨ ਤੇ ਮੋਗਾ ਤਹਿਸੀਲ ਤੋਂ ਬਿਨਾਂ ਬਹੁ ਗਿਣਤੀ ਨਹੀਂ ਸੀ ਕਿਤੇ। ਇਹਨਾਂ ਨੇ ਸਬਕ ਸਿਖਾਉਣ ਲਈ ਬਹੁ ਗਿਣਤੀ ਸਿੱਖ ਵਾਲਾ ਸੂਬਾ ਬਣਾਇਆ। ਅਕਾਲੀਆਂ ਦੇ ਵੀ ਅੰਦਰੋਂ ਵੀ ਇਹ ਹੈਗੀ ਸੀ ਜੇ ਬਣ ਜੇ ਕੋਈ ਹਰਜ ਨਹੀਂ, ਪਰ ਮੰਗ ਇਹ ਸੀ ਪੰਜਾਬੀ ਸੂਬਾ ਬਣਨਾ ਚਾਹੀਦਾ, ਪੰਜਾਬੀ ਬੋਲਦੇ ਇਲਾਕੇ ਬਣਨੇ ਚਾਹੀਦੇ ਨੇ। ਜਦੋਂ ਬਹੁ ਗਿਣਤੀ ਵਾਲਾ ਬਣ ਗਿਆ ਉਹਦੇ ਵਿੱਚੋਂ ਫਿਰ ਖਾਲਿਸਤਾਨ ਨਾਲ ਗੱਲ ਉੱਭਰ ਆਈ। ਜ਼ੁਲਮ ਹੋਇਆ ਨਾ ਬਹੁਤ ਵੱਡਾ। ਲੜਾਈ ਤਾਂ ਆਨੰਦਪੁਰ ਦੇ ਮਤੇ ਦੀ ਸੀ ਨਾ, ਲੜਾਈ ਨੂੰ ਕੁਚਲਣ ਲਈ ਹਮਲਾ ਕੀਤਾ ਨਾ ਗੁਰਧਾਮਾਂ ਤੇ। ਅਸੀਂ ਉਹਨੂੰ ਸਿੱਖਾਂ ਤੇ ਹਮਲਾ ਸਮਝ ਲਿਆ। ਸਿੱਖਾਂ ਤੇ ਹਮਲਾ ਕਿਉਂਕਿ ਜਦੋਂ ਵੀ ਕੋਈ ਖਿੱਤਾ ਜਾਂ ਕੌਮ ਅਮਰਜ ਹੁੰਦੀ ਆ, ਲੜਦੀ ਆ, ਇੱਕ ਧਿਰਾ ਜਿਹੜੀ ਉਹਦਾ ਧੁਰਾ ਬਣਦੀ ਆ। ਜਿਵੇਂ ਕਾਮਰੇਡ ਕਹਿੰਦੇ ਨੇ ਨਾ, ਮਜ਼ਦੂਰ ਜਮਾਤ ਸਭ ਤੋਂ ਲੜਾਕੀ ਆ, ਇਹ ਧੁਰਾ ਬਣੂ, ਕਿਸਾਨੀ ਇਹਦੇ ਆਲੇ ਦੁਆਲੇ ਹੋਊ, ਮੱਧ ਵਰਗ ਹੋਰ ਆਲੇ ਦੁਆਲੇ ਹੋਊ, ਕੌਮੀ ਸਰਮਾਇਆਦਾਰੀ ਡਾਵਾਂਡੋਲ ਹੋਊ। ਇਸੇ ਤਰ੍ਹਾਂ ਜਦੋਂ ਕੌਮ ਜਾਂ ਖਿੱਤਾ ਉਹਦੇ ਵਿੱਚ ਧੁਰਾ ਸਿੱਖ ਤੇ ਪੰਜਾਬ ਨੂੰ ਅੱਡੇ ਨਹੀਂ ਕੀਤਾ ਜਾ ਸਕਦਾ। ਸਿੱਖਾਂ ਦੀ ਗਿਣਤੀ ਪਹਿਲੇ ਵੀ 12% ਸੀ, ਪਰ ਕੀ ਸਿੱਖਾਂ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਹੋਣੀ ਚਿਤਵੀ ਜਾ ਸਕਦੀ ਹੈ? ਨਹੀਂ ਚਿਤਵੀ ਜਾ ਸਕਦੀ। ਉਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਅਸਲ 'ਚ। ਇਹ ਹੁਣ ਜਿਹੜੀ ਖਾਲਿਸਤਾਨ ਦੀ ਮੰਗ ਆ, ਕਿਉਂਕਿ ਸਿੱਖਾਂ ਦੀ ਬਹੁ ਗਿਣਤੀ ਹੋ ਗਈ। ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਸਿੱਖ ਬੜੇ ਭੁਲੇਖੇ 'ਚ ਨੇ। ਰੈਫਰੈਂਡਮ ਕਰਾਓ ਜੀ, ਐਂ ਕਰੋ ਜੀ, ਤੇ ਸਿੱਖਾਂ ਨੂੰ ਇਹਨਾਂ ਨੇ ਢਾਕ ਤੇ ਚਾੜ ਕੇ ਸਿੱਟਣਾ। ਮੇਰੀ ਗੱਲ ਯਾਦ ਰੱਖ ਲਿਓ। ਹੁਣ ਤਾਂ ਇਹ ਕਹਿੰਦੇ ਨਾ ਰੈਫਰੈਂਡਮ ਦੀ ਜਿਹੜੀ ਗੱਲ ਕਰਦਾ, ਐਂ ਕਰ ਦੋ, ਐਂ ਕਰ ਦੋ। ਤੁਹਾਨੂੰ ਪਤਾ ਪੰਜਾਬ 'ਚ ਸਿੱਖਾਂ ਦੀ ਗਿਣਤੀ ਘਟ ਰਹੀ ਹੈ, ਤੇ ਇੱਕ ਸਟੇਜ 'ਤੇ ਆ ਕੇ ਜਿਹੜੇ ਰੈਫਰੈਂਡਮ ਦੀ ਗੱਲ ਕਰਦੇ ਨੇ ਨਾ, ਫੈਡਰਲਿਜ਼ਮ ਦੀ ਗੱਲ ਨਹੀਂ ਕਰਦੇ ਜਾਂ ਉਸ ਦੀ ਗੱਲ ਨਹੀਂ ਕਰਦੇ, ਉਹ ਕਹਿ ਦੇਣਗੇ ਕਰਾ ਲਓ। ਪਹਿਲੀ ਗੱਲ ਤਾਂ ਬਹੁ ਗਿਣਤੀ ਨਹੀਂ ਬਣਨੀ ਸਿੱਖਾਂ ਦੀ, ਫਿਰ ਸਾਰੇ ਸਿੱਖ ਖਾਲਿਸਤਾਨ ਲਈ ਨਹੀਂ ਹੋਣੇ। ਹਿੰਦੂ ਤਾਂ ਕਿਉਂ ਖਾਲਿਸਤਾਨ ਲਈ ਹੋਣਗੇ? ਤੇ ਫਿਰ ਉਹ ਕਹਿ ਦੇਣਗੇ ਠੀਕ ਆ, 35% ਵੋਟਾਂ ਪਈਆਂ ਨੇ ਫੇਲ, ਜੇ 35% ਰਾਹੀਂ ਦੇਸ਼ ਬਣਾਉਣਾ ਦੇ ਦਿਓ 65 ਹਿੱਸਾ ਹੋਰ ਹਿੰਦੁਸਤਾਨ ਨਾਲ ਜੋੜ ਦਿਓ, ਬਾਕੀ ਉਹਨੂੰ ਖਾਲਿਸਤਾਨ ਬਣਾ ਲਓ। ਪੰਜਾਬ ਤਾਂ ਗਿਆ ਨਾ, ਉੱਡ ਗਿਆ। ਪੰਜਾਬ ਜਿਹੜਾ ਵੱਸਦਾ ਗੁਰਾਂ ਦੇ ਨਾਂ 'ਤੇ, ਪੰਜਾਬ ਨੂੰ ਨਹੀਂ ਉਹ ਵੱਸਣ ਦੇਣਾ ਚਾਹੁੰਦੇ। ਅਤੇ ਪੰਜਾਬ ਨੇ ਬਾਈ ਜੀ ਮੁਲਕ ਦੀ ਆਜ਼ਾਦੀ, ਆਪ ਦਾ ਦੇਸ਼ ਆਜ਼ਾਦ ਕਰਾਉਣ ਦੀ ਥਾਂ 90% ਕੁਰਬਾਨੀਆਂ, ਮੁਲਕ ਦਾ ਢਿੱਡ ਭਰਤਾ। ਅਤੇ ਸਾਡੇ ਨਾਲ ਕੀ ਵਾਪਰੀ? ਬਾਬੇ ਨਾਨਕ ਨੇ ਤਾਂ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਤਿੰਨੇ ਤਬਾਹ ਕਰ ਲਏ। ਖੇਤੀ ਮਾਡਲ ਨਾਲ ਜੋ ਕੁਛ ਹੋ ਗਿਆ ਸਾਰਾ ਕੁਛ ਕਰ ਗਿਆ। ਸੋ ਜਿਹੜੀ ਸਾਡੀ ਭਾਵਨਾ ਨਾ ਸਰਬੱਤ ਦੇ ਭਲੇ ਲਈ, ਆਪਣਾ ਬਗਾੜ ਬਗਾਨਾ ਸਾਂਢੇ, ਉਹਦੀ ਬੜੇ ਵਿਸ਼ਵਾਸਘਾਤ ਕੀਤਾ ਜਾ ਰਿਹਾ। ਸਿਮਰਨਜੀਤ ਮਾਨ ਦੀ ਗੱਲ ਤੁਸੀਂ ਗੱਲ ਕਰ ਲਓ ਜੀ। ਸਿਮਰਨਜੀਤ ਮਾਨ ਬੜੀ ਅੰਮ੍ਰਿਤਸਰ ਐਲਾਨਨਾਮੇ ਦੀ ਗੱਲ ਕਰਦਾ। ਆਨੰਦਪੁਰ ਦਾ ਮਤਾ ਸੀ ਜਿਹੜਾ, ਉਹ ਹੈਗਾ ਸੀ ਫੈਡਰਲ ਢਾਂਚੇ ਲਈ, ਜੰਮੂ ਕਸ਼ਮੀਰ ਵਰਗਾ ਸਟੇਟਸ ਹਾਸਲ ਕਰਨ ਲਈ। ਅਤੇ ਆਨੰਦਪੁਰ ਦੇ ਮਤੇ ਲਈ ਲੜਨ ਵਾਲੀ ਜਿਹੜੀ ਧਿਰ ਸੀ, ਜੰਮੂ ਕਸ਼ਮੀਰ ਦੀ ਹੋਂਦ ਖਤਮ ਕਰਨ 'ਤੇ ਸਹੀ ਪਾਇਆ ਹੈ ਨਾ ਬਦਲ ਕੇ, ਕਿੱਥੋਂ ਤੁਰ ਕੇ ਕਿੱਥੇ ਪਹੁੰਚ ਗਏ। ਅੰਮ੍ਰਿਤਸਰ ਐਲਾਨਨਾਮਾ ਸੀ ਜਿਹੜਾ, ਉਹ ਕਨਫੈਡਰੇਸ਼ਨ ਦੀ ਗੱਲ ਕਰਦਾ ਸੀ, ਖਾਲਿਸਤਾਨ ਦੀ ਗੱਲ ਨਹੀਂ ਕਰਦਾ ਸੀ। ਜਿਵੇਂ ਇੰਡੀਆ ਜਾਂ ਯੂਨੀਅਨ ਆਫ ਸਟੇਟਸ ਆ, ਕਨਫੈਡਰੇਸ਼ਨ ਕੀ ਹੁੰਦੀ ਆ? ਆਜ਼ਾਦ ਰਾਜਾਂ ਦਾ ਮਹਾਸੰਘ। ਜਿਵੇਂ ਆ ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ, ਉਹ ਕਹਿੰਦੇ ਸੀ ਇੰਡੀਆ ਇਜ਼ ਏ ਯੂਨੀਅਨ ਆਫ ਇੰਡੀਪੈਂਡੈਂਟ ਸਟੇਟਸ, ਜਿਹਦੇ ਵਿੱਚ ਆਪਾਂ ਨਿਰਣੇ ਦਾ ਹੱਕ ਹੁੰਦਾ। ਉਦੋਂ ਅਗਲੀ ਗੱਲ ਕਰਦੇ ਸੀ। ਖਾਲਿਸਤਾਨ ਦੀ ਗੱਲ ਤਾਂ ਉਹਨੇ ਵੀ ਨਹੀਂ ਕੀਤੀ ਸੀ। ਜਿਹੜਾ 26 ਜਨਵਰੀ ਨੂੰ ਸਰਬੱਤ ਖਾਲਸਾ ਹੋਇਆ ਸੀ, ਉਹ 'ਚ ਵੀ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਸੀ। 5 ਮੈਂਬਰੀ ਕਮੇਟੀ ਬਣਾਈ ਸੀ ਕਿ ਤੁਸੀਂ ਇਹ ਮਤਿਆਂ ਦੀ ਪੈਰਵੀ ਕਰਨੀ ਆ, ਅਤੇ 5 ਮੈਂਬਰੀ ਖਾਲਿਸਤਾਨ ਦਾ ਐਲਾਨ ਕਰਕੇ ਫੁਰ ਹੋ ਗਈ, ਅਤੇ ਸਾਡੇ ਗਲ 'ਚੋਂ ਗੁਲਾਮਾ ਪੈ ਗਿਆ। ਨਾ ਅੱਜ ਤੱਕ ਉਹਦੀ ਕੋਈ ਵਿਆਖਿਆ ਨਾ ਲੜਾਈ ਆ। ਸੋ ਇਸ ਕਰਕੇ ਸਿਮਰਨਜੀਤ ਮਾਨ ਵੀ ਕਹਿੰਦਾ ਮੈਂ ਖਾਲਿਸਤਾਨ ਲਈ ਲੜੂ। ਖਾਲਿਸਤਾਨ ਅੰਮ੍ਰਿਤਸਰ ਦਾ ਐਲਾਨਨਾਮਾ ਨਹੀਂ ਹੈਗਾ, ਆਨੰਦਪੁਰ ਦਾ ਮਤਾ ਨਹੀਂ ਹੈਗਾ। ਹਾਂ, ਜਿਹੜੀ ਥਿਊਰੀ ਆ ਜਿਹਨੇ ਉਜਾੜਾ ਕੀਤਾ ਪੰਜਾਬ ਦਾ, ਪਹਿਲਾਂ 2 ਕੌਮਾਂ ਦਾ ਫਿਰਕੂ ਸਿਧਾਂਤ, ਇਹ ਕਹਿੰਦੇ ਤੀਜੀ ਸਿੱਖ ਕੌਮ ਆ। ਜੇ ਤੀਜੀ ਸਿੱਖ ਕੌਮ ਆ, ਫਿਰ ਤੁਹਾਡਾ ਰੌਲਾ ਕੀ ਆ ਹਿੰਦੂ ਰਾਸ਼ਟਰਵਾਦ ਨਾਲ? ਇਹਦਾ ਮਤਲਬ ਬਾਕੀ ਹਿੰਦੂ ਕੌਮ ਆ, ਇਹਦਾ ਮਤਲਬ ਬਾਕੀ ਮੁਲਕ ਹਿੰਦੂ ਕੌਮ ਆ। ਜੇ ਬਾਕੀ ਮੁਲਕ ਹਿੰਦੂ ਕੌਮ ਨਹੀਂ, ਜੇ ਤਾਮਿਲ ਅੱਡ ਕੌਮ ਆ, ਜੇ ਤੇਲਗੂ ਅੱਡ ਕੌਮ ਆ, ਮਲਿਆਲਮ ਅੱਡ ਕੌਮ ਆ, ਹੈ ਜੀ, ਜੇ ਮਤਲਬ ਬੰਗਾਲੀ ਅੱਡ ਕੌਮ ਆ, ਅਤੇ ਫਿਰ ਹਿੰਦੂ ਕੌਮ ਕਿਵੇਂ ਬਣੀ? ਸੋ ਇਹ ਸਿੱਖ ਨੇ ਜਿਹੜੇ, ਇਹ ਬੜੇ ਦੁਬਿਧਾ 'ਚ ਫਸੇ ਹੋਏ ਨੇ ਸਿਆਸੀ ਤੌਰ 'ਤੇ। ਸੰਵਿਧਾਨ 'ਤੇ ਦਸਤਖਤ ਨਹੀਂ ਕੀਤੇ, ਕਿਹੜੀ ਗੱਲ ਕਰਕੇ ਦਸਤਖਤ ਨਹੀਂ ਕੀਤੇ? ਮੁੜ ਕੇ ਉਹਦੇ ਖਾਤਰ ਲੜੀ ਨਹੀਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਐਕਟ ਬਣਾਇਆ ਵੀ ਇਹ 'ਚ ਗਲਤੀਆਂ ਨੇ, ਫਿਰ ਹੌਲੀ ਹੌਲੀ ਮੰਨ ਲਿਆ, ਉਹ ਗਲਤੀਆਂ ਸੁਧਾਰਨ ਲਈ ਲੜੀ ਨਹੀਂ। ਮਤਲਬ ਸਮੱਸਿਆ ਕੀ ਆ, ਸਿੱਖਾਂ ਨੂੰ ਮੁੜ ਸੋਚਣਾ ਚਾਹੀਦਾ ਸਾਰੇ ਕਾਸੇ ਬਾਰੇ। ਦੇਖੋ ਪਾਕਿਸਤਾਨ ਤੇ ਭਾਰਤ ਇਕੱਠੇ ਨਹੀਂ ਹੋ ਸਕਦੇ, ਉਹ ਨਹੀਂ ਮਿਲ, ਪਰ ਉਹ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਤੋਂ ਸਬਕ ਸਿੱਖ ਕੇ ਅੱਜ ਸਾਨੂੰ ਫੈਡਰਲ ਢਾਂਚੇ ਦੀ ਗੱਲ, ਅੱਜ ਸਾਨੂੰ ਪਾਕਿਸਤਾਨ ਨਾਲ ਅਮਨ ਸ਼ਾਂਤੀ ਦੀ ਗੱਲ, ਅੱਜ ਸਾਨੂੰ ਵਾਹਗਾ ਬਾਰਡਰ ਵਪਾਰ ਲਈ ਖੋਲ੍ਹਣ ਦੀ ਗੱਲ, ਅੱਜ ਸਾਨੂੰ ਪੰਜਾਬ ਤੋਂ ਕੌਮਾਂਤਰੀ ਉਡਾਉਣ ਦੀ ਗੱਲ। ਬਾਈ ਜੀ ਅੱਧਾ ਪੰਜਾਬ 'ਚ ਹਵਾ ਚੁੜਿਆ ਫਿਰਦਾ, 3 ਲੱਖ ਦੀ ਟਿਕਟ ਹੋ ਗਈ, ਤੇ ਕਿਸਾਨ ਯੂਨੀਅਨ ਪਾਣੀ ਦੀ ਗੱਲ, ਬਾਰਡਰ ਖੋਲ੍ਹਣ ਦੀ ਗੱਲ, ਕੌਮਾਂਤਰੀ ਉਡਾਣਾਂ ਦੀ ਗੱਲ ਕਿਉਂ ਨਹੀਂ ਕਰ। ਸੁਖਬੀਰ ਕਹਿੰਦਾ ਸਾਰੇ ਕੌਮਾਂਤਰੀ ਹਵਾਈ ਅੱਡੇ ਬਾਦਲ ਸਾਹਿਬ ਨੇ ਬਣਾਏ, ਫਿਰ ਚਿੱਟੇ ਹਾਥੀ ਨੇ ਨਾ ਜੀ, ਉਹਨਾਂ ਨੂੰ ਜੰਗ ਖਾਤਰ ਵਰਤੋਂਗੇ, ਇਹਦਾ ਮਤਲਬ ਜੇ ਆਵਾਜਾਈ ਖਾਤਰ ਨਹੀਂ ਵਰਤਣ। ਕੌਮਾਂਤਰੀ ਉਡਾਣਾਂ ਲਈ ਨਾ ਮਹਾਲੀ ਅੰਮ੍ਰਿਤਸਰ, ਉਹਦੀ ਗੱਲ ਕਿਉਂ ਨਹੀਂ ਕਰਦੇ। ਵਾਹਗਾ ਬਾਰਡਰ ਬੰਬੇ ਲਾਬੀ ਨਹੀਂ ਖੋਲ੍ਹਣ ਦਿੰਦੀ, ਇੱਥੋਂ ਚੀਜ਼ਾਂ ਕਰਾਚੀ ਗੁਜਰਾਤ ਜਾਂਦੀਆਂ ਨੇ, ਬੰਬੇ ਜਾਂਦੀਆਂ ਨੇ, ਫਿਰ ਹੁਣ ਬਾਇਆ ਦੁਬਈ ਕਰਾਚੀ ਤੋਂ ਲਾਹੌਰ ਆਉਂਦੀਆਂ ਨੇ, ਤੇ ਸਾਡਾ ਸਿੱਧਾ ਰਸਤਾ ਕਿਉਂ ਨਹੀਂ ਖੋਲ੍ਹਦੇ। ਤੇ ਆਹ ਜਿਹੜੀ GT ਰੋਡ ਦਿੱਲੀ ਆ ਜਾਂ ਹਵਾਈ ਅੱਡਾ ਦਿੱਲੀ ਆ, ਪ੍ਰਾਈਵੇਟ ਕਰਤਾ ਨਾ, ਹੁਣ ਤਾਂ ਠੇਕੇ ਤੇ ਦੇਤਾ, ਉਹ ਇੱਥੋਂ ਕੌਮਾਂਤਰੀ ਉਡਾਣਾਂ ਨਹੀਂ ਉਡਣ ਦਿੰਦੇ। ਸੋ ਇਹ ਠੋਸ ਮੁੱਦਿਆਂ ਨੂੰ ਲੈ ਕੇ ਲੜਨ ਦੀ ਲੋੜ ਆ, ਇਹਨਾਂ ਨੂੰ ਅੱਗੇ ਉਭਾਰਨ ਦੀ ਲੋੜ ਆ। ਇਹ ਜਿਹੜੀਆਂ ਲੜਾਈਆਂ ਨੇ ਨਾ ਜੀ, ਵੀ ਨਜ਼ਰ ਲੱਗ ਗਈ, ਇਹ ਤੋਂ ਕੋਈ ਘਬਰਾਉਣ ਦੀ ਲੋੜ ਨਹੀਂ। ਪੋਲੀਟੀਕਲ ਮਸਲੇ ਨੇ, ਸਿਆਸੀ ਪਾਰਟੀਆਂ ਨੂੰ ਸਪਸ਼ਟ ਪੋਜੀਸ਼ਨ ਲੈ ਕੇ ਕਹਿਣਾ ਚਾਹੀਦਾ ਇਹ ਬਿਲਕੁਲ ਗਲਤ ਆ। ਸਿੱਖ ਧਰਮ ਵਾਲਿਆਂ ਨੂੰ ਡਟ ਕੇ ਕਹਿਣਾ ਚਾਹੀਦਾ ਵੀ ਧਰਮ ਪੰਜਾਬ 'ਚ ਕੋਈ ਜ਼ਬਰਦਸਤੀ ਸਿੱਖ ਦਾ ਧਰਮ ਬਦਲਾ ਦੂ। ਠੀਕ ਆ, ਗਲਤੀਆਂ ਹੈਗੀਆਂ ਨੇ, ਉਹਦੀ ਦੁਰਵਰਤੋਂ ਵੀ ਆ। ਪਾਦਰੀ ਵੀ ਕਹਿ ਰਹੇ ਨੇ, ਜਿਵੇਂ ਸਿੱਖੀ ਦੇ ਵਿੱਚ ਆ ਡੇਰੇ ਤੇ ਨੇ ਗਾਲੇ ਗੰਦ ਪਾਉਂਦੇ ਨੇ ਨਾ, ਕਿੰਨਾ ਅਸੀਂ ਪਾਦਰੀਆਂ ਦੇ ਵਿੱਚ ਵੀ ਹੈਗੇ ਨੇ। ਇਹ ਦੋਹੇ ਧਿਰਾਂ ਨੂੰ ਮਿਲ ਕੇ ਜਿਵੇਂ ਉਹਨਾਂ ਨੇ ਕੀਤਾ, ਹਾਂ ਪੱਕੀ ਇਹ ਕਰਨਾ ਚਾਹੀਦਾ। ਨਜ਼ਰਾਂ ਉੱਡ ਜਾਣਗੀਆਂ ਤੇ ਕਿਸਾਨਾਂ ਨੂੰ ਏਕਤਾ ਬਣਾਉਣੀ ਚਾਹੀਦੀ ਆ, ਸੰਘਰਸ਼ ਉਧਰਲੇ ਪਾਸੇ ਨੂੰ ਤੋਰਨਾ ਚਾਹੀਦਾ। ਧੰਨਵਾਦ ਜੀ ਮਾਲੀ ਸਾਹਿਬ। ਇਹ ਸਨ ਮਲਵਿੰਦਰ ਮਾਲੀ ਜੀ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਵਿੱਚ ਪੰਜਾਬ ਦੇ ਹਾਲਾਤਾਂ ਤੇ ਜਿਹੜਾ ਚਾਨਣਾ ਵੀ ਪਾਇਆ ਤੇ ਨਾਲ ਦੀ ਨਾਲ ਇੱਕ ਸੇਧ ਵੀ ਦਿੱਤੀ ਆ ਵੀ ਏਕਤਾ ਕਾਇਮ ਰੱਖ ਕੇ ਅੱਗੇ ਵਧਿਆ ਜਾ ਸਕਦਾ।